सब्सक्राइब करें नेशनल बस और साथ ही दबाएं बेल आइकन। ਜਿਹੜੇ RSS ਜਿਹੜੀ ਹੈ ਉਹ ਲੋਕਾਂ ਨੂੰ ਜ਼ਹਿਰੀਲੇ ਸੱਪਾਂ ਵਾਂਗੂ ਬਣਾਉਂਦੀ ਹੈ। ਇਹ ਸਾਰੇ ਕੰਜ਼ਿਊਮਰ ਨੂੰ ਹਿੱਟ ਕਰੇਗਾ, ਖਾਸ ਕਰਕੇ ਸ਼ਹਿਰੀ ਵਰਗ ਦੇ ਲੋਕ ਹਿੱਟ ਹੋਣਗੇ। ਉਹਨਾਂ ਨੂੰ 5 ਰੁਪਏ ਵਾਲੀ ਚੀਜ਼ ਦੇ 50 ਰੁਪਏ 100 ਰੁਪਇਆ ਦੇਣਾ ਪਏਗਾ ਤਾਂ ਉਹਨਾਂ ਨੂੰ ਅਕਲ ਆਏਗੀ। ਕਚੂਮਰ ਕੰਜ਼ਿਊਮਰ ਦਾ ਨਿਕਲਣ ਵਾਲਾ ਹੈ। ਪੂਰੇ ਦੇਸ਼ ਦੀ 137 ਕਰੋੜ ਦੀ ਆਬਾਦੀ ਦਾ ਕਚੂਮਰ ਕੱਢਣ ਵਾਲੇ ਆ। ਔਰੰਗਜ਼ੇਬ ਦਾ ਰਾਜ ਵੀ ਇਹੋ ਜਿਹਾ ਨਹੀਂ ਸੀਗਾ ਜਿਹੋ ਜਿਹਾ ਰਾਜ ਅੱਜ ਦੇਖਣ ਨੂੰ ਮਿਲ ਰਿਹਾ। ਮਿਨਿਸਟਰ ਬਣਦੇ ਆ, ਵੱਡੇ ਵੱਡੇ ਰਾਸ਼ਟਰਪਤੀ ਬਣਦੇ, ਵੱਡੇ ਵੱਡੇ ਅਹੁਦਿਆਂ ਤੇ ਬੈਠਦੇ ਆ, ਜੱਜ ਸਾਹਿਬਾਨ ਬਣਦੇ ਆ, ਉਹੀ ਸਭ ਤੋਂ ਵੱਧ ਬੇਇੱਜ਼ਤੀ ਇਸ ਕਨਸਟੀਟਿਊਸ਼ਨ ਦੀ ਕਰਦੇ ਆ। ਸਾਰੇ ਲੇਬਰ ਦੇ ਕਾਨੂੰਨ ਤੋੜ ਦਿੱਤੇ 44 ਦੇ 44, ਕੁਛ ਨਹੀਂ ਛੱਡਿਆ। ਜੇ ਤੁਸੀਂ ਪੜ੍ਹੋਗੇ ਤਾਂ ਤੇ ਕਿਸਾਨਾਂ ਤੇ ਹਮਲਾ ਕੀਤਾ ਜਾ ਰਿਹਾ, ਦੂਜੇ ਪਾਸੇ ਮਜ਼ਦੂਰਾਂ ਤੇ ਹਮਲਾ ਕੀਤਾ ਜਾ ਰਿਹਾ। ਤੁਸੀਂ ਪਬਲਿਕ ਸੈਕਟਰ ਨੂੰ ਖਤਮ ਕਰ ਰਹੇ ਆ। ਸਾਰੇ ਬੈਰੀਅਰ ਤੋੜ ਕੇ ਉੱਥੇ ਜਲ ਤੋਪਾਂ ਦੇ ਨਾਲ ਹਮਲਾ ਹੋ ਰਿਹਾ, ਡੰਡੇ ਲਾਠੀ ਚਾਰਜ ਹੋ ਰਿਹਾ, ਉੱਥੇ ਅਥਰੂ ਗੈਸ ਛੱਡੀ ਜਾ ਰਹੀ ਹੈ। ਅਸੀਂ ਇੱਕ ਵਾਲਕੈਨੋ ਵਾਂਗੂ ਫਟਣ ਵਾਲੇ ਹੋ ਚੁੱਕੇ ਹਾਂ। ਇਹ ਇੱਕ ਸਿਗਨਲ ਹੈ। ਉਹਨਾਂ ਦੇ ਕੋਲ ਤੇ ਅਗਲੇ ਡੰਗ ਦਾ ਆਟਾ ਵੀ ਨਹੀਂ। ਉਹ ਦੇਖ ਨਹੀਂ ਸਕਦੇ, ਇੰਜ ਦੇਖਦੇ ਜਿਵੇਂ ਘੋੜਾ ਬਲਿੰਕਰ ਪਹਿਨਦਾ, ਉਹ ਸਿਰਫ ਅੱਗੇ ਦੇਖ ਸਕਦਾ। ਗਰੀਬੀ ਜਿਹੜੀ ਹੈ ਉਹ ਅੱਗੇ ਨਾਲੋਂ ਵੱਧਦੀ ਚਲੀ ਜਾ ਰਹੀ ਹੈ। ਲਾਗੂ ਕਰਨਾ ਜਿਨ੍ਹਾਂ ਨੇ ਸੰਵਿਧਾਨ ਦੀ ਮਨਸ਼ਾ ਜਿਹੜੀ ਨੀਅਤ ਹੈ ਉਹ ਬਿਲਕੁਲ ਸਾਫ਼ ਨਹੀਂ ਹੈ, ਉਹ ਸਪਸ਼ਟ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਨੈਸ਼ਨਲ ਬੱਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਮੀਤ ਕੌਰ। ਅੱਜ 26 ਜਨਵਰੀ ਦਾ ਦਿਹਾੜਾ ਹਰ ਕੋਈ ਮਨਾ ਰਿਹਾ। ਦੇਸ਼ ਭਰ ਵਿੱਚ ਗਣਤੰਤਰਤਾ ਦਿਵਸ ਤੇ ਨਾਅਰੇ ਲੱਗ ਰਹੇ ਨੇ। ਇਸੇ ਮੌਕੇ ਤੇ ਮੇਰੇ ਨਾਲ ਜੁੜ ਚੁੱਕੇ ਨੇ ਰਿਟਾਇਰਡ IAS ਆਫੀਸਰ SR ਲੱਦੜ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜਗਜੀਤ। ਸਭ ਤੋਂ ਪਹਿਲਾਂ ਤਾਂ ਸਰ ਮੈਂ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਤੁਸੀਂ ਇੱਥੇ ਗਣਤੰਤਰਤਾ ਦਿਵਸ ਮਨਾ ਰਹੇ ਹੋ ਤੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਆਪਣਾ ਟਰੈਕਟਰ ਮਾਰਚ ਕਰ ਰਹੇ ਸਰਕਾਰ ਦੀ ਤਾਨਾਸ਼ਾਹੀ ਤੋਂ ਪਰੇਸ਼ਾਨ ਹੋ ਕੇ। ਇੱਥੇ ਆਪਾਂ ਸੰਵਿਧਾਨ ਦੀ ਗੱਲ ਕਰ ਰਹੇ ਹਾਂ ਤੇ ਇੱਥੇ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹ ਆਪਣੇ ਜ਼ੁਲਮ ਢਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੁਹਾਡੇ ਨੈਸ਼ਨਲ ਬੱਜ ਚੈਨਲ ਦੇ ਰਾਹੀਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਦੇਸ਼ ਦਾ ਸੰਵਿਧਾਨ ਲਿਖਿਆ ਗਿਆ, ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ। ਦੁਨੀਆ ਦੇ 62 ਦੇਸ਼ ਉਹਨਾਂ ਨੇ ਸਟੱਡੀ ਕੀਤਾ 2 ਸਾਲ 11 ਮਹੀਨੇ ਔਰ 18 ਦਿਨ ਲਾ ਕੇ, ਔਰ 284 ਕਾਂਸਟੀਟਿਊਂਟ ਅਸੈਂਬਲੀ ਦੇ ਮੈਂਬਰ ਉਸ ਵੇਲੇ ਦੇ, ਜਿਨ੍ਹਾਂ ਨੇ ਉਸ ਨੂੰ ਬਹੁਤ ਸਾਰੀਆਂ ਸਿਟਿੰਗਸ ਦੇ ਵਿੱਚ ਡਿਸਕਸ ਕੀਤਾ। 167 ਦਿਨਾਂ ਦਾ ਸੈਸ਼ਨ ਲੱਗਿਆ ਸੀਗਾ ਉਹਨਾਂ ਨੂੰ ਪਾਸ ਕਰਨ ਲਈ। ਤੇ ਇੱਕ ਕੱਲੀ ਪ੍ਰੋਵੀਜ਼ਨ ਜਿਹੜੀ ਇੱਕ ਵਰਡ ਦੇ ਉੱਤੇ ਜ਼ੋਰ ਦੇ ਕੇ ਡਿਸਕਸ ਕਰਕੇ ਉਹ ਸੰਵਿਧਾਨ ਪਾਸ ਹੋਇਆ ਸੀਗਾ। ਸੰਵਿਧਾਨ ਜਿਹੜਾ ਹੁੰਦਾ ਆ ਦੇਸ਼ ਦਾ, ਉਹ ਇੱਕ ਰੂਹ ਹੈ, ਇੱਕ ਸੋਲ ਹੈ ਸਾਡੀ ਬੋਡੀ ਦੀ, ਭਾਰਤ ਦੀ। ਉਹਦੇ ਮੁਤਾਬਕ ਹੀ ਦੇਸ਼ ਚੱਲਣਾ ਚਾਹੀਦਾ ਹੈਗਾ ਔਰ ਦੇਸ਼ ਚੱਲਦਾ ਆ ਰਿਹਾ ਹੈਗਾ। ਲੇਕਿਨ ਪਿਛਲੇ ਸਮੇਂ ਤੋਂ ਸਾਡੇ ਦੇਸ਼ ਦੇ ਵਿੱਚ ਕੁਛ ਅਜਿਹੀਆਂ ਤਾਕਤਾਂ ਨੇ ਸਿਰ ਉਠਾ ਲਿਆ ਆ ਜਿਹੜੀਆਂ ਸੰਵਿਧਾਨ ਨੂੰ ਮੰਨਦੀਆਂ ਹੀ ਨਹੀਂ ਆ। ਜਿਵੇਂ ਕਿ ਜੇ ਤੁਸੀਂ ਆਪਣਾ ਖੇਤੀ ਦੇ ਕਾਨੂੰਨਾਂ ਦੀ ਗੱਲ ਕੀਤੀ ਹੈ, ਜਿਹਦੇ ਕਰਕੇ ਸਾਡਾ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠਾ ਆ, ਤਾਂ ਮੈਂ ਸਮਝਦਾ ਹੈਗਾ ਇੱਕ ਬਹੁਤ ਹੀ ਅਨਫੋਰਚੂਨੇਟ ਗੱਲ ਹੈਗੀ, ਇੱਕ ਅਨਫੋਰਚੂਨੇਟ ਡਿਵੈਲਪਮੈਂਟ ਹੈ। ਕਿਉਂਕਿ ਜਿਹੜਾ ਐਗਰੀਕਲਚਰ ਵਿਸ਼ਾ ਆ, ਖੇਤੀਬਾੜੀ ਵਿਸ਼ਾ ਆ, ਇਹ ਆਪਣਾ ਸਟੇਟ ਸਬਜੈਕਟ ਦਾ ਹਿੱਸਾ ਆ। ਇਹ ਸੈਂਟਰਲ ਲਿਸਟ ਦਾ ਹਿੱਸਾ ਨਹੀਂ ਹੈ, ਕਨਕਰੈਂਟ ਲਿਸਟ ਦਾ ਹਿੱਸਾ ਨਹੀਂ ਹੈ, ਸਟੇਟ ਸਬਜੈਕਟ ਹੈ। ਇਸ ਕਰਕੇ ਸੈਂਟਰਲ ਗਵਰਨਮੈਂਟ ਨੇ ਜਿਹੜਾ ਕਮਰਸ ਐਂਡ ਟ੍ਰੇਡ ਪੋਰਟਫੋਲੀਓ ਦੇ ਤਹਿਤ ਲਿਆ ਕੇ ਕਾਨੂੰਨ ਬਣਾਏ ਐਗਰੀਕਲਚਰ ਦੇ, ਉਹ ਗੈਰ ਸੰਵਿਧਾਨਿਕ ਹੈ। ਸੋ ਇਸ ਕਰਕੇ ਜਿਹੜਾ ਕਿਸਾਨ ਹੈ ਉਹ ਜੈਨੂਅਲੀ ਉੱਥੇ ਬੈਠਾ ਆ। ਲੇਕਿਨ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਹੈ। ਇਹ ਜਿਹੜੇ ਕਾਨੂੰਨ ਹੈ, ਜਿਹੜੇ ਫਾਰਮਰ ਨੂੰ ਲਾਅ ਨੂੰ ਜਿਹੜੇ ਲਾਅ ਦੀ ਲੈ ਕੇ ਲੋਕੀ ਆਪਣਾ ਪ੍ਰੋਟੈਸਟ ਕਰ ਰਹੇ ਆ, ਇਹ ਸਾਰੇ ਕੰਜ਼ਿਊਮਰ ਨੂੰ ਹਿੱਟ ਕਰੇਗਾ। ਜਦੋਂ ਕੰਟਰੈਕਟ ਲੇਬਰ, ਕੰਟਰੈਕਟ ਫਾਰਮਿੰਗ ਸ਼ੁਰੂ ਹੋ ਗਈ ਔਰ ਜਿਹੜਾ ਤੁਹਾਨੂੰ ਸਬਜ਼ੀਆਂ, ਫਲ, ਅਨਾਜ ਹੈ, ਜਿਵੇਂ ਆਟਾ ਆ, ਅੱਜ ਅਗਰ ਉਹ 20 ਰੁਪਏ 25 ਰੁਪਏ ਕਿਲੋ ਮਿਲ ਰਿਹਾ ਹੈਗਾ ਤਾਂ ਉਹ 100 ਰੁਪਏ ਕਿਲੋ ਮਿਲਣਾ ਸ਼ੁਰੂ ਹੋ ਜਾਏਗਾ। ਕਿਉਂ ਮਿਲਣਾ ਸ਼ੁਰੂ ਹੋਏਗਾ? ਕਿਉਂਕਿ ਐਸੈਂਸ਼ੀਅਲ ਕਮੋਡਿਟੀ ਐਕਟ ਵੀ ਅਮੈਂਡ ਕਰਦਾ ਆ। ਜਿੰਨੀ ਮਰਜ਼ੀ ਕੋਈ ਜਿਹੜਾ ਕਾਰਪੋਰੇਟ ਘਰਾਣਾ ਹੈ ਉਹਦੀ ਹੋਰਡਿੰਗ ਕਰ ਸਕਦਾ ਆ। ਸੋ ਕੋਈ ਕਿਸੇ ਤੇ ਕੋਈ ਬੈਨ ਨਹੀਂ ਹੈ। ਸੋ ਇਸ ਕਰਕੇ ਜਦੋਂ ਸਾਰਾ ਦਾ ਸਾਰਾ ਅਨਾਜ, ਭਾਵੇਂ ਉਹ ਕਣਕ ਹੈ, ਭਾਵੇਂ ਉਹ ਚਾਵਲ ਹੈ, ਭਾਵੇਂ ਉਹ ਸਬਜ਼ੀਆਂ ਆ, ਭਾਵੇਂ ਉਹ ਫਲ ਹੈ, ਉਹ ਜਦੋਂ ਖਰੀਦ ਲਿਆ ਮਾਰਕੀਟ ਦੇ ਵਿੱਚੋਂ, ਸਟੋਰ ਕਰ ਲਿਆ, ਸਟੋਰ ਕਰਕੇ ਉੱਤੇ ਲੇਬਲ ਲਾ ਕੇ ਜਿਸ ਮਰਜ਼ੀ ਰੇਟ ਦੇ ਉੱਤੇ ਜਦੋਂ ਵੇਚਿਆ, ਤੇ ਸਭ ਤੋਂ ਜ਼ਿਆਦਾ ਕੰਜ਼ਿਊਮਰ, ਖਾਸ ਕਰਕੇ ਸ਼ਹਿਰੀ ਵਰਗ ਦੇ ਲੋਕ ਹਿੱਟ ਹੋਣਗੇ। ਉਹਨਾਂ ਨੂੰ 5 ਰੁਪਏ ਵਾਲੀ ਚੀਜ਼ ਦੇ 50 ਰੁਪਏ 100 ਰੁਪਇਆ ਦੇਣਾ ਪਏਗਾ ਤਾਂ ਉਹਨਾਂ ਨੂੰ ਅਕਲ ਆਏਗੀ ਕਿ ਇਹ ਜਿਹੜਾ ਫਾਰਮਰ, ਜਿਹੜਾ ਕਿਸਾਨ, ਉਹਨਾਂ ਦੀ ਆਪਣੀ ਲੜਾਈ ਨਹੀਂ ਲੜ ਰਿਹਾ। ਉਹ ਤਾਂ ਜਿਹੜਾ ਕਿਸਾਨ ਹੈ ਉਹ ਤੇ ਖੇਤ
भारत ਵਿੱਚ ਉਹ ਸਬਜ਼ੀ ਫਲ ਦਾਲ ਜੋ ਵੀ ਆਪਣਾ ਅਨਾਜ ਹੈ ਉਹ ਪੈਦਾ ਕਰ ਲੇਗਾ, ਆਪਣੀ ਜੋਗੀ ਜ਼ਰੂਰਤ ਉੱਥੋਂ ਪੂਰੀ ਕਰ ਲੇਗਾ। ਲੇਕਿਨ ਜਿਹੜਾ ਸ਼ਹਿਰੀ ਬੰਦਾ ਆ ਉਹ ਦੁੱਧ ਕਿੱਥੋਂ ਲਏਗਾ, ਬ੍ਰੈਡ ਕਿੱਥੋਂ ਲਏਗਾ, ਉਹ ਅਨਾਜ ਕਿੱਥੋਂ ਲਏਗਾ, ਆਟਾ ਕਿੱਥੋਂ ਲਏਗਾ, ਚਾਵਲ ਕਿੱਥੋਂ ਲਏਗਾ, ਉਹ ਖਾਣ ਪੀਣ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਕਿੱਥੋਂ ਪੂਰੀਆਂ ਕਰੇਗਾ। ਉਹਨੂੰ ਬਾਜ਼ਾਰ ਜਾ ਕੇ ਸਟੋਰਾਂ ਤੋਂ ਉਹ ਰੇਟ ਜੋ ਕਾਰਪੋਰੇਟ ਘਰਾਣਾ ਫਿਕਸ ਕਰੇਗਾ ਦੇਣਾ ਹੀ ਪਏਗਾ। ਸੋ ਇਹੋ ਜਿਹਾ ਕਚੂਮਰ ਕੰਜ਼ਿਊਮਰ ਦਾ ਨਿਕਲਣ ਵਾਲਾ ਆ, ਕਚੂਮਰ ਕੰਜ਼ਿਊਮਰ ਦਾ ਨਿਕਲਣ ਵਾਲਾ ਹੈ। ਮੈਂ ਇਸ ਕਰਕੇ ਰਿਪੀਟ ਕਰ ਰਿਹਾ ਤਾਂ ਕਿ ਦਰਸ਼ਕਾਂ ਨੂੰ ਇਹ ਗੱਲ ਸਮਝ ਆ ਜਾਏ ਕਿ ਇਹ ਕਾਨੂੰਨ ਜਿਹੜੇ ਆ ਇਹ ਇਕੱਲੇ ਕਿਸਾਨ ਮਾਰੂ ਨਹੀਂ ਹੈ, ਇਹ ਕੰਜ਼ਿਊਮਰ ਮਾਰੂ ਹੈ। ਇਹ ਪੂਰੇ ਦੇਸ਼ ਦੀ 137 ਕਰੋੜ ਦੀ ਆਬਾਦੀ ਦਾ ਕਚੂਮਰ ਕੱਢਣ ਵਾਲੇ ਆ। ਸੋ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਪਰਮਾਤਮਾ ਸਮਤ ਬਖਸ਼ੇ ਸਾਡੀ ਸੈਂਟਰ ਗਵਰਨਮੈਂਟ ਨੂੰ, ਔਰ ਜਿਹੜੇ ਕਿਸਾਨ ਹੈ ਘੱਟੋ ਘੱਟ 80-90 ਕਿਸਾਨਾਂ ਦੀ ਤਾਂ ਮੌਤ ਹੋ ਚੁੱਕੀ ਆ, ਉਹ ਸਭ ਦੀ ਲੜਾਈ ਲੜ ਰਹੇ ਆ। ਉਹ ਉਹਨਾਂ ਦਾ ਪੋਹ ਮਾਘ ਦੀ ਜਿਹੜੀ ਠੰਡ ਹੈ ਉਹਨੂੰ ਸਹਿਣ ਕਰ ਰਹੇ ਆ, ਖੁੱਲੇ ਆਕਾਸ਼ ਦੇ ਥੱਲੇ ਬੈਠੇ ਆ, ਸੜਕਾਂ ਦੇ ਉੱਤੇ ਬੈਠੇ ਆ, ਨਾ ਉੱਥੇ ਕੋਈ ਆਪਣਾ ਘਰਾਂ ਦਾ ਪ੍ਰਬੰਧ ਹੈ, ਨਾ ਹੀਟਰ ਦਾ ਪ੍ਰਬੰਧ ਹੈ, ਬਹੁਤ ਸਰਦੀ ਸਹਿ ਰਹੇ ਆ। ਸੋ ਇਸ ਕਰਕੇ ਇਸ ਜ਼ਿਲ੍ਹਤ ਦੇ ਵਿੱਚੋਂ ਜਿਹੜੀ ਗਵਰਨਮੈਂਟ ਹੁੰਦੀ ਆ, ਚਾਹੇ ਸਟੇਟ ਗਵਰਨਮੈਂਟ ਹੋਵੇ ਚਾਹੇ ਸੈਂਟਰ ਗਵਰਨਮੈਂਟ ਹੋਵੇ, ਗਵਰਨਮੈਂਟ ਸਾਡਾ ਜਿਹੜਾ ਦੇਸ਼ ਹੈ ਵੈਲਫੇਅਰ ਸਟੇਟ ਹੈ, ਲੋਕਾਂ ਦੇ ਦੁਆਰਾ ਚੁਣੀ ਗਈ ਸਰਕਾਰ ਹੈ ਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਹੈ। ਤੇ ਜੇ ਲੋਕਾਂ ਨੇ ਦੁਖੀ ਹੋਣਾ ਆ, ਲੋਕਾਂ ਨੇ ਉੱਥੇ ਸੜਕਾਂ ਤੇ ਮਰਨਾ ਆ, ਤਾਂ ਮੈਂ ਸਮਝਦਾ ਕਿ ਇਹੋ ਜਿਹੀ ਸਰਕਾਰ ਦਾ ਕੀ ਫਾਇਦਾ ਆ। ਸਰਕਾਰ ਕਿਹਦੇ ਵਾਸਤੇ ਆ? ਇਹੋ ਜਿਹੀ ਸਰਕਾਰ ਤਾਂ ਮੇਰਾ ਖਿਆਲ ਤਾਂ ਔਰੰਗਜ਼ੇਬ ਦਾ ਰਾਜ ਵੀ ਇਹੋ ਜਿਹਾ ਨਹੀਂ ਸੀਗਾ ਜਿਹੋ ਜਿਹਾ ਰਾਜ ਅੱਜ ਦੇਖਣ ਨੂੰ ਮਿਲ ਰਿਹਾ। ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਲਿਖਿਆ ਗਿਆ ਸੰਵਿਧਾਨ ਕਿਤਾਬਾਂ ਵਿੱਚ ਹੀ ਬੰਦ ਹੋ ਕੇ ਰਹਿ ਗਿਆ। ਹਰ ਕੋਈ ਇਸ ਦਿਹਾੜੇ ਨੂੰ ਮਨਾਉਂਦਾ ਤਾਂ ਹੈ, ਪਰ ਸੰਵਿਧਾਨ ਦਾ ਅਸਲੀ ਮਕਸਦ ਕੀ ਸੀ ਤੇ ਅਸਲੀ ਮਤਲਬ ਕੀ ਹੈ, ਇਸ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ। ਇਸ ਬਾਰੇ ਹੀ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਕੱਲਾ ਕਿਤਾਬਾਂ 'ਚ ਬੰਦ ਹੀ ਨਹੀਂ, ਸੰਵਿਧਾਨ ਦੀ ਜੋ ਲੋਕ ਸਹੁੰ ਖਾ ਕੇ ਦੇਸ਼ ਦੇ ਵਿੱਚ ਰਾਜ ਕਰਦੇ ਆ, ਉਹ ਪ੍ਰਧਾਨ ਮੰਤਰੀ ਬਣਦੇ ਆ, ਉਹ ਮਿਨਿਸਟਰ ਬਣਦੇ ਆ, ਵੱਡੇ ਵੱਡੇ ਰਾਸ਼ਟਰਪਤੀ ਬਣਦੇ, ਵੱਡੇ ਵੱਡੇ ਅਹੁਦਿਆਂ ਤੇ ਬੈਠਦੇ ਆ, ਜੱਜ ਸਾਹਿਬਾਨ ਬਣਦੇ ਆ, ਉਹੀ ਸਭ ਤੋਂ ਵੱਧ ਬੇਇੱਜ਼ਤੀ ਇਸ ਕਨਸਟੀਟਿਊਸ਼ਨ ਦੀ ਕਰਦੇ ਆ। ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕਨਸਟੀਟਿਊਸ਼ਨ ਇੱਕ ਬਿਲਕੁਲ ਠੀਕ ਆ, ਤੁਸੀਂ ਬੰਦ ਤੇ ਕੀਤਾ ਹੀ ਹੈ, ਬੰਦ ਦੇ ਨਾਲ ਨਾਲ ਉਹਦੇ ਤੇ ਇੱਕ ਲਗਾਤਾਰ ਹਮਲਾ ਵੀ ਜਾਰੀ ਹੈ, ਜਿਹਦੇ ਚੋਂ ਉਹਨੂੰ ਕਿਵੇਂ ਬਚਾਉਣਾ। ਇਹੀ ਕਾਰਨ ਹੈ ਕਿ ਅੱਜ ਅਸੀਂ ਇੱਥੇ ਅੰਬੇਦਕਰ ਭਵਨ ਦੇ ਵਿੱਚ ਸਪੈਸ਼ਲੀ ਇੱਕ ਫੰਕਸ਼ਨ ਕਰਕੇ ਉਸ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ, ਕਿਉਂਕਿ ਇਹਦੇ ਭੀਮ ਰਾਓ ਅੰਬੇਦਕਰ ਸਾਹਿਬ ਦਾ ਇੱਕ ਬਹੁਤ ਵੱਡਾ ਸੋਸ਼ਲ ਤੇ ਲੀਗਲ ਡਾਕੂਮੈਂਟ ਦਿੱਤਾ ਗਿਆ, ਜਿਹਦੇ ਵਿੱਚ ਬਹੁਤ ਸਾਰੇ ਸਮਾਜਿਕ ਸਿੱਖਿਆ ਲਈ ਤੇ ਸਮਾਜਿਕ ਸੇਵਾ ਲਈ ਪ੍ਰਾਵਧਾਨ ਦਿੱਤੇ ਗਏ ਆ। ਉਹਨਾਂ ਤੇ ਹਮਲਾ, ਇੱਥੇ ਸਾਰੇ ਲੇਬਰ ਦੇ ਕਾਨੂੰਨ ਤੋੜ ਦਿੱਤੇ 44 ਦੇ 44, ਔਰ ਉਹਨਾਂ ਨੂੰ 4 ਲੇਬਰ ਕੋਡ ਦੇ ਵਿੱਚ ਕਨਵਰਟ ਕਰਕੇ ਇੰਨਾ ਡਿਲੂਟ ਕਰ ਦਿੱਤਾ, ਤੁਸੀਂ ਯੂਨੀਅਨ ਨਹੀਂ ਬਣਾ ਸਕਦੇ ਛੇਤੀ ਜੋ ਪਹਿਲਾਂ ਪ੍ਰੋਵੀਜ਼ਨ ਸੀਗੇ। ਤੁਹਾਨੂੰ ਮਿਨੀਮਮ ਵੇਜਸ ਦਾ ਜਿਹੜਾ ਉਹ ਐਕਟ ਬਦਲ ਕੇ ਰੱਖਤਾ, ਪੇਮੈਂਟ ਆਫ ਵੇਜਸ ਦਾ ਐਕਟ ਬਦਲ ਕੇ ਰੱਖ ਦਿੱਤਾ, ESI ਦੇ ਅਸੂਲ ਬਦਲ ਕੇ ਰੱਖ ਦਿੱਤੇ, ਕੁਛ ਨਹੀਂ ਛੱਡਿਆ। ਜੇ ਤੁਸੀਂ ਪੜ੍ਹੋਗੇ ਤਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਇੱਕ ਪਾਸੇ ਜਿੱਥੇ ਕਿਸਾਨਾਂ 'ਤੇ ਹਮਲਾ ਕੀਤਾ ਜਾ ਰਿਹਾ, ਦੂਜੇ ਪਾਸੇ ਮਜ਼ਦੂਰਾਂ 'ਤੇ ਹਮਲਾ ਕੀਤਾ ਜਾ ਰਿਹਾ, ਤੇ ਕਨਸਟੀਟਿਊਸ਼ਨ ਦੀ ਸਪਿਰਿਟ ਹੀ ਖਤਮ ਕਰਤੀ। ਕਨਸਟੀਟਿਊਸ਼ਨ ਦੀ ਜੇ ਆਤਮਾ ਹੀ ਮਾਰ ਦਿੱਤੀ, ਤੁਸੀਂ ਪਬਲਿਕ ਸੈਕਟਰ ਨੂੰ ਖਤਮ ਕਰ ਰਹੇ ਆ। ਪਬਲਿਕ ਸੈਕਟਰ ਦੇ ਵਿੱਚ ਹੀ ਰਿਜ਼ਰਵੇਸ਼ਨ ਦਾ ਦਲਿਤਾਂ ਨੂੰ ਥੋੜ੍ਹਾ ਬਹੁਤ, ਔਰਤਾਂ ਨੂੰ ਕਿਸੇ ਕਿਸਮ ਦੀ ਰਿਜ਼ਰਵੇਸ਼ਨ ਰਾਹਤ ਮਿਲਦੀ ਸੀ, ਔਰ ਉਹ ਪਬਲਿਕ ਸੈਕਟਰ ਵੀ ਖਤਮ ਕਰ ਰਹੇ ਆ। ਬਣਿਆ ਜਿਹੜਾ ਕਿਤੇ ਪਬਲਿਕ ਪੈਸੇ ਨਾ ਬਣਿਆ ਹੋਇਆ, ਉਸ ਨੂੰ ਵੀ ਖਤਮ ਕਰ ਰਹੇ ਆ, ਵੇਚ ਰਹੇ ਕੌਡੀਆਂ ਦੇ ਪਿਆ ਕਾਰਪੋਰੇਟਾਂ ਨੂੰ। ਜਿਹੜਾ ਪ੍ਰੋਫਿਟੇਬਲ ਆ, ਨਫੇ ਤੇ ਜਾ ਰਿਹਾ, ਸਰਕਾਰ ਨੂੰ ਪੈਸੇ ਕਮਾ ਕੇ ਦੇ ਰਿਹਾ, ਲੋਕਾਂ ਨੂੰ ਚੰਗੀਆਂ ਨੌਕਰੀਆਂ ਦੇ ਰਿਹਾ, ਲੋਕਾਂ ਦੇ ਭਵਿੱਖ ਵਿੱਚ ਸਥਿਰਤਾ ਲੈ ਕੇ ਆਉਂਦਾ, ਸਾਰੇ ਨੂੰ ਮਾਰਕੀਟ ਦੇ ਵਿੱਚ ਸੁੱਟ ਦਿੱਤਾ ਗਿਆ। ਅਸੀਂ ਜੋ ਲੋਕ ਇੱਥੇ ਸੱਜਣ ਸਾਰੇ ਇਕੱਠੇ ਹੋਏ ਹਾਂ, ਇਹ ਸਰਕਾਰ ਨੂੰ ਦੱਸਣ ਲਈ ਇਕੱਠੇ ਹੋਏ ਹਾਂ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ। ਬਹੁਤ ਬਰਦਾਸ਼ਤ ਕਰ ਲਿਆ। ਅੱਜ ਕਿਸਾਨ ਉੱਥੇ ਬੈਠ ਕੇ ਦਿੱਲੀ ਵੱਲ ਕੂਚ ਕਰ ਰਹੇ ਆ, ਸਾਰੇ ਬੈਰੀਅਰ ਤੋੜ ਕੇ। ਉੱਥੇ ਜਲ ਤੋਪਾਂ ਦੇ ਨਾਲ ਹਮਲਾ ਹੋ ਰਿਹਾ, ਡੰਡੇ ਲਾਠੀ ਚਾਰਜ ਹੋ ਰਿਹਾ, ਉੱਥੇ ਅਥਰੂ ਗੈਸ ਛੱਡੀ ਜਾ ਰਹੀ ਹੈ। ਨੌਜਵਾਨ ਡਟ ਕੇ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਅੱਗੇ ਵੱਧ ਰਹੇ ਆ। ਉਹ ਕੋਈ ਹਮਲਾ ਨਹੀਂ ਕਰਨ ਜਾ ਰਹੇ, ਉਹ ਕੋਈ ਟੈਰਰਿਸਟ ਨਹੀਂ ਹੈ, ਉਹ ਆਪਣਾ ਦੁੱਖ ਰੋਣਾ ਚਾਹੁੰਦੇ ਆ, ਇੰਨੀ ਸ਼ਕਤੀ ਨਾਲ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਕਿ ਸਾਡੇ ਦੁੱਖ ਦੀ ਸੀਮਾ ਤੇ ਉਹਦੀ ਤੀਬਰਤਾ ਨੂੰ ਸਮਝੋ, ਨਹੀਂ ਤੇ ਅਸੀਂ ਇੱਕ ਵਾਲਕੈਨੋ ਵਾਂਗੂ ਫਟਣ ਵਾਲੇ ਹੋ ਚੁੱਕੇ ਹਾਂ। ਇਹ ਇੱਕ ਸਿਗਨਲ ਹੈ। ਦੂਜੇ ਪਾਸੇ ਇੱਥੇ ਬੈਠੇ ਜਿਹੜੇ ਸਾਰੇ ਸੱਜਣ ਆ, ਉਹ ਇਹ ਮੈਸੇਜ ਦੇ ਰਹੇ ਆ ਕਿ ਲੇਬਰ ਤੇ ਹੋਰ ਵੀ ਕਿਸਾਨਾਂ ਨਾਲੋਂ ਵੀ ਦਰਕਨਾਰ ਹੋਈ ਹੈ।
ਉਹਨਾਂ ਦੇ ਕੋਲ ਤੇ ਅਗਲੇ ਡੰਗ ਦਾ ਆਟਾ ਵੀ ਨਹੀਂ, ਕੋਈ ਭਵਿੱਖ ਨੌਕਰੀਆਂ ਦਾ ਨਹੀਂ। ਇਹ ਸਾਰੇ ਦਰਵਾਜ਼ੇ ਜੋ ਬੰਦ ਹੋ ਰਹੇ ਆ, ਤੇ ਜੇ ਹੁਣ ਵਾਲੀ ਲਿਬਰਲ ਆਧਾਰਵਾਦੀ ਨੀਤੀ ਜਿੱਥੇ ਮਾਰਕੀਟ ਨੂੰ ਪ੍ਰਦਾਨ ਕਰ ਰਹੇ ਆ, ਕੋਈ ਕਾਇਦੇ ਕਾਨੂੰਨ ਨਹੀਂ ਰਹੂਗਾ, ਸਿਰਫ ਤੇ ਸਿਰਫ ਮਾਰਕੀਟ ਤੇ ਪ੍ਰੋਫਿਟ ਤੇ ਨਫਾ ਉਹ ਰਹੂਗਾ। ਸਭ ਤੋਂ ਪਹਿਲਾਂ ਤਬਾਹੀ ਇਹਨਾਂ ਲੋਕਾਂ ਦੀ ਹੋਊਗੀ ਜਿਨ੍ਹਾਂ ਕੋਲ ਅਗਲੇ ਡੰਗ ਦਾ ਆਟਾ ਨਹੀਂ। ਤੁਸੀਂ ਦੇਖਿਆ ਕਿੱਡੀਆਂ ਲੰਮੀਆਂ ਵਹੀਰਾਂ ਕੱਤ ਕੇ ਮਜ਼ਦੂਰ ਪੰਜਾਬ 'ਚੋਂ ਕਰੋਨਾ ਦੇ ਦੌਰਾਨ ਗਏ ਸੀ, ਪੈਰਾਂ 'ਚ ਫਟ ਗਏ ਸੀ, ਛਾਲੇ ਸੀ, ਇੱਕ ਪੈਕਟ ਬਿਸਕਟ ਦਾ ਲੈ ਕੇ ਬਿਹਾਰ ਪਹੁੰਚਦੇ ਸੀ। ਇਹ ਨੀਤੀਆਂ ਜੋ ਸੰਵਿਧਾਨ ਤੇ ਹਮਲਾ ਹੋ ਰਿਹਾ, ਉਹਦਾ ਰਿਜ਼ਲਟ ਇਹ ਨਿਕਲਣ ਵਾਲਾ ਆ ਕਿ ਸਭ ਤੋਂ ਪਹਿਲਾਂ ਔਰਤਾਂ, ਮਜ਼ਦੂਰ, ਦਲਿਤ ਇਸ ਸਿਸਟਮ ਤੋਂ ਜੋ ਮਾੜਾ ਮੋਟਾ ਵੀ ਸਾਹ ਲੈਂਦੇ ਸੀ, ਇਹਨਾਂ ਦਾ ਸਾਹ ਬੰਦ ਹੋਊਗਾ, ਇਹ ਖਤਮ ਹੋ ਜਾਣਗੇ। ਅਸੀਂ ਇਸ ਕਰਕੇ ਅੱਜ ਇੱਥੇ ਸਾਰੇ ਉਸ ਗੱਲ ਨੂੰ ਯਾਦ ਕਰਕੇ, ਆਪਣੇ ਹੱਕਾਂ ਨੂੰ ਜਿੱਥੇ ਯਾਦ ਕਰਦੇ ਹਾਂ, ਆਪਣੀਆਂ ਡਿਊਟੀਆਂ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ ਯਾਦ ਕਰਵਾ ਰਹੇ ਹਾਂ ਕਿ ਜੇ ਸੰਵਿਧਾਨ ਨੂੰ ਅਸੀਂ ਬੰਦ ਜਿਲਦ ਦੇ ਵਿੱਚ ਇੱਕ ਸਿਰਫ ਸੜ ਰਹੀ ਕਿਤਾਬ ਨਹੀਂ ਰਹਿਣ ਦੇਣਾ, ਬਲਕਿ ਅਸੀਂ ਉਸ ਨੂੰ ਇੱਕ ਸਾਡੇ ਜੀਵਨ ਦੇ ਵਿੱਚ ਇੱਕ ਬਿਲਕੁਲ ਐਕਟਿਵ ਉਹਦੀ ਜਿਹੜੀ ਲੋੜ ਆ ਉਹ ਪੂਰੀ ਕਰਦਿਆਂ ਨੂੰ ਉਹਨਾਂ ਨੂੰ ਦੇਖਣਾ, ਐਕਟਿਵਲੀ ਲੋੜਾਂ ਪੂਰੀਆਂ ਕਰਦੇ ਦੇਖਣਾ, ਤਾਂ ਫਿਰ ਸਾਨੂੰ ਪੜ੍ਹਨ ਲੈ ਕੇ ਅੱਜ ਦੇ ਦਿਨ 26 ਜਨਵਰੀ ਨੂੰ ਪੜ੍ਹਨ ਲੈ ਕੇ ਅੱਗੇ ਵਧਣਾ ਪਊਗਾ। ਜਿਹੜੇ RSS ਜਿਹੜੀ ਹੈ ਉਹ ਲੋਕਾਂ ਨੂੰ ਜ਼ਹਿਰੀਲੇ ਸੱਪਾਂ ਵਾਂਗੂ ਬਣਾਉਂਦੀ ਹੈ। ਉਹ ਉਹਨਾਂ ਨੂੰ ਇਨਸਾਨੀਅਤ ਦਾ ਜਿਹੜਾ ਅਸਲੀ ਆਤਮਾ ਹੁੰਦੀ ਉਹ ਕੱਢ ਕੇ ਉਹਦੇ 'ਚ ਜ਼ਹਿਰ ਭਰਦੀ ਹੈ। ਉਹ ਦੇਖ ਨਹੀਂ ਸਕਦੇ, ਇੰਜ ਦੇਖਦੇ ਜਿਵੇਂ ਘੋੜਾ ਬਲਿੰਕਰ ਪਹਿਨਦਾ, ਉਹ ਸਿਰਫ ਅੱਗੇ ਦੇਖ ਸਕਦਾ। ਉਹ ਸਿਰਫ ਤੇ ਸਿਰਫ ਇਹ ਦੇਖਦੇ ਆ ਕਿ ਤੁਸੀਂ ਇੱਥੇ ਹਿੰਦੂ ਰਾਸ਼ਟਰ ਕਿਵੇਂ ਬਣਾਉਣਾ, ਇੱਥੇ ਕਨਸਟੀਟਿਊਸ਼ਨ ਖਤਮ ਕਰਕੇ ਆਪਣਾ ਉਸ ਕਿਸਮ ਦਾ ਮਨੁ ਸਮ੍ਰਿਤੀ ਕਿਵੇਂ ਲਾਗੂ ਕਰਨੀ ਆ। ਔਰ ਉਹ ਕਹਿੰਦੇ ਆ ਕਿ ਉਹਨਾਂ ਦੇ ਮਨ 'ਚ ਆ ਕਿ ਇਹੀ ਤਾਂ ਇੱਕ ਹਿੰਦੂਆਂ ਦਾ ਦੇਸ਼ ਹੈ। ਜੇ ਇੱਥੇ ਵੀ ਸਾਡੀ ਇਹ ਨਹੀਂ ਹੁੰਦੀ, ਮਨੁ ਸਮ੍ਰਿਤੀ ਲਾਗੂ ਨਹੀਂ ਹੁੰਦੀ, ਹਿੰਦੂ ਰਾਸ਼ਟਰ ਜੇ ਇੱਥੇ ਨਹੀਂ ਬਣਾਉਣਾ ਤੇ ਹੋਰ ਪਾਕਿਸਤਾਨ ਬਣਾਉਣਾ, ਉਹ ਕਹਿੰਦੇ ਆ। ਇਸ ਕਰਕੇ ਜੇ ਅਸੀਂ ਇਕੱਠੇ ਹੋ ਕੇ ਨਹੀਂ ਲਗਾਤਾਰ ਇਸ ਗੱਲ 'ਤੇ ਕੌਂਸ਼ੀਅਸ ਹੋਵਾਂਗੇ ਤੇ ਅੱਜ ਹੀ ਫੈਸਲਾ ਕਰਕੇ ਕਿਸਾਨਾਂ ਵਾਂਗ ਅੱਗੇ ਵੱਧ ਕੇ ਨਹੀਂ ਲੜਾਂਗੇ, ਤਾਂ ਫਿਰ ਅਸੀਂ ਬਹੁਤ ਲੇਟ ਹੋ ਚੁੱਕੇ ਹੋਵਾਂਗੇ। ਹੋ ਸਕਦਾ ਫਿਰ ਅਸੀਂ ਕੁਝ ਕਰਨਾ ਚਾਹੀਏ ਵੀ ਤੇ ਨਹੀਂ ਕਰ ਪਾਵਾਂਗੇ, ਕਿਉਂਕਿ ਅੱਜ ਜੋ ਪ੍ਰੋਟੈਸਟ ਕਰਨ ਦੇ ਅਧਿਕਾਰ ਸਾਨੂੰ ਹੈ, ਇਹ ਜ਼ਰੂਰੀ ਨਹੀਂ ਕਿ 3 ਸਾਲ ਬਾਅਦ ਵੀ ਹੋਣ। ਇਸ ਕੋ ਵੇਲੇ ਸਿਰ ਸਾਨੂੰ ਜਾਗਰੂਕ ਹੋ ਕੇ, ਇਹਦੋਂ ਪਹਿਲਾਂ ਕਿ ਇੱਥੇ ਕੋਈ ਫਾਸਿਸਟ ਫੋਰਸਾਂ ਜਾਂ ਕੋਈ ਉਹੋ ਜਿਹੀਆਂ ਤਾਨਾਸ਼ਾਹੀ ਫੋਰਸਾਂ ਜਿਹੜੀਆਂ ਸਾਨੂੰ ਇਕੱਠੇ ਹੋਣ ਤੋਂ ਵੀ ਰੋਕ ਦੇਣ, ਜਿਵੇਂ ਕਰੋਨਾ ਦੇ ਬਹਾਨੇ ਸਾਰਾ ਕੁਝ ਕੀਤਾ ਗਿਆ ਸੀ, ਸਾਨੂੰ ਆਪਣੀ ਸ਼ਕਤੀ ਨੂੰ ਇੰਨਾ ਵਧਾਉਣਾ ਚਾਹੀਦਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਵੱਲੋਂ ਦਿੱਤੇ ਹੋਏ ਜਿਹੜਾ ਸੰਵਿਧਾਨ, ਜਿਹੜਾ ਕਿ ਇੱਕ ਬੜਾ ਵੱਡਾ ਸਮਾਜ ਸੇਵਾ ਦਾ ਡਾਕੂਮੈਂਟ ਆ, ਉਸ ਨੂੰ ਬਚਾ ਪਾਈਏ। ਕਰਨਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਸੰਵਿਧਾਨ ਲਾਗੂ ਹੋਏ ਨੂੰ ਇੰਨੇ ਸਾਲ ਬੀਤ ਗਏ ਨੇ, ਪਰ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਮਨਸ਼ਾ ਦੇ ਨਾਲ ਲਾਗੂ ਕੀਤਾ ਗਿਆ ਸੀ, ਲਿਖਿਆ ਗਿਆ ਸੀ, ਬਣਾਇਆ ਗਿਆ ਸੀ, ਉਹਦੇ ਮੌਜੂਦਾ ਹਾਲਾਤ ਬਿਲਕੁਲ ਵੱਖਰੇ ਨੇ ਜੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸੰਵਿਧਾਨ 26 ਨਵੰਬਰ ਤੇ 1949 ਨੂੰ ਪੇਸ਼ ਕਰ ਦਿੱਤਾ ਗਿਆ ਸੀਗਾ ਔਰ ਕੰਸਟੀਚੁਐਂਟ ਅਸੈਂਬਲੀ ਨੇ ਸਵੀਕਾਰ ਕਰ ਲਿਆ ਸੀ, ਐਕਸੈਪਟ ਕਰ ਲਿਆ ਸੀ, ਔਰ 26 ਜਨਵਰੀ ਨੂੰ 1950 ਨੂੰ ਇਹ ਲਾਗੂ ਹੋਇਆ। ਉਸ ਦਿਨ 25 ਨਵੰਬਰ 1949 ਨੂੰ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਇਹ ਸੰਵਿਧਾਨ ਪੇਸ਼ ਕਰਦੇ ਹੋਏ ਇੱਕ ਭਾਸ਼ਣ ਦਿੱਤਾ ਸੀਗਾ ਜੋ ਕਿ ਬੜਾ ਇਤਿਹਾਸਿਕ ਹੈ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਸੰਵਿਧਾਨ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ ਔਰ ਇਹ ਲਗਭਗ ਪਰਫੈਕਟ ਹੈ। ਵੈਸੇ ਚੀਜ਼ ਕੋਈ ਪਰਫੈਕਟ ਨਹੀਂ ਹੁੰਦੀ, ਫਿਰ ਇਹ ਪਰਫੈਕਟ ਸੰਵਿਧਾਨ ਹੈ। ਲੇਕਿਨ ਬਹੁਤ ਇੰਪੋਰਟੈਂਟ ਚੀਜ਼ ਇਹ ਹੈ ਕਿ ਸੰਵਿਧਾਨ ਚਾਹੇ ਕਿਹੋ ਜਿਹਾ ਵੀ ਹੋਏ, ਅਗਰ ਉਹ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੀ ਨੀਅਤ ਅੱਛੀ ਹੈ ਤੇ ਅਗਰ ਸੰਵਿਧਾਨ ਦੀਆਂ ਕਮੀਆਂ ਤੇ ਉਹ ਵੀ ਪੂਰੀਆਂ ਹੋ ਸਕਦੀਆਂ ਹਨ। ਜੇ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੀ ਨੀਅਤ ਬਦਨੀਅਤ ਹੈ ਤੇ ਚਾਹੇ ਜਿੱਡਾ ਅੱਛਾ ਸੰਵਿਧਾਨ ਹੋਵੇ, ਉਹ ਸੰਵਿਧਾਨ ਵੀ ਅੱਛਾ ਸਾਬਿਤ ਨਹੀਂ ਹੋਏਗਾ। ਇਹ ਉਹਨਾਂ ਨੇ ਇੱਕ ਬੜੀ ਵਾਰਨਿੰਗ ਦਿੱਤੀ ਸੀ। ਇੱਕ ਵਾਰਨਿੰਗ ਉਹਨਾਂ ਨੇ ਹੋਰ ਦਿੱਤੀ ਸੀ ਕਿ 26 ਜਨਵਰੀ 1950 ਨੂੰ ਅਸੀਂ ਦੋ ਤਰ੍ਹਾਂ ਦਾ ਜੀਵਨ ਜੀਵਾਂਗੇ। ਇੱਕ ਤਰ੍ਹਾਂ ਦਾ ਜੀਵਨ ਇਹ ਹੈ ਕਿ ਜਿਹੜਾ ਅਸੀਂ ਇਹ ਸੰਵਿਧਾਨ ਦੇ ਅੰਦਰ ਲਿਖਿਆ, ਇੱਥੇ ਕੋਈ ਭਿੰਨ ਭੇਖ ਨਹੀਂ, ਕੋਈ ਕਿਸੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ, ਚਾਹੇ ਔਰਤ ਹੈ ਚਾਹੇ ਮਰਦ ਹੈ, ਸਾਰਿਆਂ ਦੇ ਬਰਾਬਰ ਰਾਈਟ ਹਨ ਔਰ ਸੋਸ਼ਲ ਡਿਸਕ੍ਰਿਮੀਨੇਸ਼ਨ ਤੇ ਬਿਲਕੁਲ ਨਹੀਂ ਹੈ। ਔਰ ਜਿਹੜੇ ਅੱਜ ਤੱਕ ਸਾਡਾ ਸਮਾਜ, ਸਾਡਾ ਵਰਗ ਆਰਥਿਕ ਤੇ ਸਮਾਜਿਕ ਤੌਰ ਤੇ ਪਿਛੜਿਆ ਹੋਇਆ ਹੈ, ਉਸ ਨੂੰ ਉਭਾਰਨ ਵਾਸਤੇ ਇਹਦੇ ਵਿੱਚ ਬਹੁਤ ਅੱਛੇ ਪ੍ਰੋਵੀਜ਼ਨ ਕੀਤੇ ਗਏ ਹਨ। ਔਰ ਨਾਲ ਉਹਨਾਂ ਨੇ ਵਾਰਨਿੰਗ ਇਹ ਦਿੱਤੀ ਸੀ, ਜੇ ਸੰਵਿਧਾਨ ਨੂੰ ਲਾਗੂ ਕਰਨ ਵਾਲੇ
ਇਹਨਾਂ ਪ੍ਰੋਵੀਜ਼ਨ ਨੂੰ ਦਿਲੋਂ ਲਾਗੂ ਨਹੀਂ ਕਰਨਗੇ ਤਾਂ ਸਿਚੁਏਸ਼ਨ ਬਹੁਤ ਖਰਾਬ ਹੋਏਗੀ ਔਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਜਾਏਗੀ ਕਿ ਇਹ ਜੋ ਲੋਕ ਜੋ ਕਿ ਬਹੁ ਸੰਖਿਅਕ ਲੋਕ ਹਨ ਅੱਜ ਤੱਕ ਜਿਹੜੇ ਡਿਪਰਾਈਵਡ ਰਹੇ ਹਨ, ਜਿਨ੍ਹਾਂ ਨੂੰ ਵੰਚਿਤ ਕੀਤਾ ਗਿਆ ਹੈ, ਅਗਰ ਇਹਨਾਂ ਦੇ ਅੰਦਰ ਇਹ ਭਾਵਨਾ ਆ ਗਈ ਕਿ ਸਾਡੇ ਨਾਲ ਹੁਣ ਵੀ ਡਿਸਕ੍ਰਿਮੀਨੇਸ਼ਨ ਲਾਗੂ ਹੋ ਰਿਹਾ ਤੇ ਇਹ ਇੱਕ ਬਹੁਤ ਬੜਾ ਭਿਆਨਕ ਦੌਰ ਹੋਏਗਾ ਜਿਸ ਨੂੰ ਬਾਬਾ ਸਾਹਿਬ ਨੇ ਉਸ ਦਿਨ ਦੇ ਭਾਸ਼ਣ ਦੇ ਵਿੱਚ ਕਿਹਾ ਸੀਗਾ ਇਹ ਇੱਕ ਕਲਾਸ ਸਟਰਗਲ ਵੱਲ ਨੂੰ ਲੈ ਜਾਏਗਾ। ਅਗਰ ਕਲਾਸ ਸਟਰਗਲ ਇੱਥੇ ਕਿਤੇ ਇਸ ਕੰਟਰੀ ਦੇ ਵਿੱਚ ਹੋ ਗਈ ਤੇ ਸਥਿਤੀਆਂ ਬਹੁਤ ਭਿਆਨਕ ਹੋ ਜਾਣਗੀਆਂ। ਇਸ ਕਰਕੇ ਮੈਂ ਆਗਾਹ ਕਰਦਾ ਸਾਰਿਆਂ ਨੂੰ ਕਿ ਬਰਾਏ ਮਿਹਰਬਾਨੀ ਕਰਕੇ ਸੰਵਿਧਾਨ ਨੂੰ ਲੈਟਰ ਐਂਡ ਸਪਿਰਿਟ ਦੇ ਨਾਲ ਲਾਗੂ ਕਰੋ। ਉਹ ਸਥਿਤੀ ਨਾ ਆਵੇ ਕਿ ਸਮਾਜ ਜਿਹੜਾ ਸਾਰਾ ਜੋ ਹੈ ਉਹ ਤਿੱਤਰ ਬਿੱਤਰ ਹੋ ਜਾਵੇ। ਇਸ ਕਰਕੇ ਉਦੋਂ ਤੋਂ ਲੈ ਕੇ 26 ਜਨਵਰੀ 1950 ਤੋਂ ਲੈ ਕੇ ਅੱਜ ਤੱਕ ਅਸੀਂ ਜੋ ਕੁਝ ਦੇਖ ਰਹੇ ਹਾਂ ਬਹੁਤ ਪਰਿਵਰਤਨ ਹੋ ਗਏ। ਸੰਵਿਧਾਨ ਦੇ ਵਿੱਚ ਛੇੜਖਾਨੀਆਂ ਵੀ ਕੀਤੀਆਂ ਗਈਆਂ ਔਰ ਜੋ ਇਸ ਦੀ ਸਪਿਰਿਟ ਹੈ ਉਸ ਤਰ੍ਹਾਂ ਲਾਗੂ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਕਿ ਹੋਣੀ ਚਾਹੀਦੀ ਹੈ। ਜਿਹੜੇ ਲੋਕ ਦਬੇ ਤੇ ਕੁਚਲੇ ਸਨ, ਪਿਛੜੇ ਹੋਏ ਹਨ, ਉਹਨਾਂ ਦੀ ਹਾਲਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੇ ਹੈ। ਅਗਰ ਐਜੂਕੇਸ਼ਨ ਦਾ ਤੁਸੀਂ ਲੈ ਲਓ, ਸਰਕਾਰੀ ਸਕੂਲਾਂ ਦੇ ਵਿੱਚ ਕੀ ਹਾਲਤ ਹੈ ਸਭ ਜਾਣਦੇ ਹਨ। ਸਕੂਲ ਬਲਕਿ ਬੰਦ ਹੁੰਦੇ ਚਲੇ ਗਏ ਹਨ ਔਰ ਪ੍ਰਾਈਵੇਟ ਸਕੂਲ ਖੁੱਲ੍ਹਦੇ ਜਾ ਰਹੇ, ਉਹਦੇ ਵਿੱਚ ਇਹਨਾਂ ਬੱਚੇ ਜਾ ਹੀ ਨਹੀਂ ਸਕਦੇ ਹਨ। ਅਗਰ ਆਰਥਿਕ ਸਥਿਤੀ ਵੱਲ ਆਪ ਵੇਖੀਏ ਤੇ ਗਰੀਬੀ ਜਿਹੜੀ ਹੈ ਉਹ ਅੱਗੇ ਨਾਲੋਂ ਵੱਧਦੀ ਚਲੀ ਜਾ ਰਹੀ ਹੈ ਔਰ ਜਿਹੜਾ ਪਹਾੜਾਂ ਵਿੱਚ ਪੈ ਰਿਹਾ ਗਰੀਬੀ ਔਰ ਅਮੀਰੀ ਦੇ ਵਿੱਚ ਵੱਧਦਾ ਚਲਾ ਜਾ ਰਿਹਾ। ਜਿਹੜਾ ਕਿਸਾਨਾਂ ਦਾ ਹੁਣ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਸਮੱਸਿਆ ਹੀ ਇਹ ਹੈ ਕਿ ਬਜਾਏ ਤੁਸੀਂ ਇਸ ਕਾਨੂੰਨ ਇਹੋ ਜਿਹਾ ਬਣਾਉਣ ਦਾ ਜਿਹਦੇ ਨਾਲ ਸਾਰੇ ਸਮਾਜ ਦਾ ਉਥਾਨ ਹੋਵੇ, ਇੱਕ ਵਰਗ ਨੂੰ ਬਲਕਿ ਕਾਰਪੋਰੇਟ ਜਗਤ ਨੂੰ ਫਾਇਦਾ ਦੇਣ ਵਾਸਤੇ ਤੁਸੀਂ ਇਹ ਕਰਕੇ ਸੰਵਿਧਾਨ ਦੇ ਨਾਲ ਜਿਹੜੀ ਸਪਿਰਿਟ ਹੈ ਉਸ ਦੇ ਨਾਲ ਖਿਲਵਾੜ ਹੋ ਰਿਹਾ ਔਰ ਇਹਦੇ ਕਾਰਨ ਇਹੀ ਹੈ ਕਿ ਜਿਨ੍ਹਾਂ ਦੀ ਲਾਗੂ ਕਰਨਾ ਜਿਨ੍ਹਾਂ ਨੇ ਸੰਵਿਧਾਨ ਦੀ ਮਨਸ਼ਾ ਜਿਹੜੀ ਨੀਅਤ ਹੈ ਉਹ ਬਿਲਕੁਲ ਸਾਫ਼ ਨਹੀਂ ਹੈ, ਉਹ ਸਪਸ਼ਟ ਨਹੀਂ ਹੈ। ਤਾਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅੱਜ ਦੇ ਦਿਨ 'ਤੇ ਹਜੇ ਜ਼ਿਆਦਾ ਕੁਛ ਨੁਕਸਾਨ ਨਹੀਂ ਹੋਇਆ ਅਗਰ ਅਸੀਂ ਸਾਰੇ ਇੱਕਦਮ ਬਾਬਾ ਸਾਹਿਬ ਦੇ ਜੋ ਮਿਸ਼ਨ ਹੈ, ਜੋ ਉਹਨਾਂ ਨੇ ਸੰਵਿਧਾਨ 'ਚ ਸਪਿਰਿਟ ਲਿਖੀ ਹੈ, ਜੋ ਕਹਿ ਗਏ ਹਨ, ਉਹ ਸਾਰੇ ਹੀ ਸਮਾਜ ਨੂੰ ਇੱਕ ਪੱਧਰ 'ਤੇ ਲਿਆ ਕੇ ਇਸ ਦੇਸ਼ ਨੂੰ ਬਹੁਤ ਮਹਾਨ ਅਤੇ ਉੱਚਾ ਬਣਾਉਣਾ ਚਾਹੁੰਦੇ ਸਨ। ਉਹ ਕਹਿੰਦੇ ਸੀ ਕਿ ਹਰ ਇੱਕ ਵਿਅਕਤੀ ਚਾਹੇ ਉਹ ਮਜ਼ਦੂਰ ਹੈ, ਚਾਹੇ ਕੋਈ ਪ੍ਰਾਈਮ ਮਿਨਿਸਟਰ ਹੈ, ਚਾਹੇ ਇਸਤਰੀ ਹੈ, ਚਾਹੇ ਕੋਈ ਵੀ ਹੈ, ਉਹਨੂੰ ਵੋਟ ਦਾ ਰਾਈਟ ਹੈ ਔਰ ਉਸ ਦੀ ਵੋਟ ਦੀ ਔਰ ਉੱਚੇ ਤੋਂ ਉੱਚੇ ਸਾਰਿਆਂ ਦੀ ਵੈਲਿਊ ਜਿਹੜੀ ਹੈ ਇੱਕੋ ਹੀ ਵੈਲਿਊ ਹੈਗੀ ਹੈ, ਕੋਈ ਫਰਕ ਨਹੀਂ ਹੈ। ਇਸ ਕਰਕੇ ਸੰਵਿਧਾਨ ਨੂੰ ਇਸ ਦੀ ਲੈਟਰ ਐਂਡ ਸਪਿਰਿਟ ਵਿੱਚ ਲਾਗੂ ਕੀਤਾ ਜਾਵੇ ਔਰ ਤਾਂ ਹੀ ਇਸ ਦੇਸ਼ ਦਾ ਕਲਿਆਣ ਹੋਏਗਾ, ਸਾਰਾ ਸਮਾਜ ਦਾ ਉਥਾਨ ਹੋਏਗਾ। ਸਾਡਾ ਦੇਸ਼ ਕੋਈ ਸ਼ੱਕ ਨਹੀਂ ਇਹਦੇ ਵਿੱਚ ਇੱਕ ਬਹੁਤ ਜਲਦੀ ਬਹੁਤ ਇੱਕ ਡਿਵੈਲਪਡ ਨੇਸ਼ਨ ਬਣ ਸਕਦਾ ਬਸ਼ਰਤੇ ਕਿ ਸੰਵਿਧਾਨ ਦੀ ਲੈਟਰ ਐਂਡ ਸਪਿਰਿਟ ਦੇ ਨਾਲ ਇਸ ਦੀ ਅਨੁਪਾਲਨਾ ਕੀਤੀ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਕਰਨਲ ਸਾਹਿਬ। ਥੈਂਕ ਯੂ ਵੈਰੀ ਮਚ। ਸੋ ਜਿਵੇਂ ਕਿ ਤੁਸੀਂ ਸੁਣਿਆ ਕਿ ਕਰਨਲ ਸਾਹਿਬ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਸੰਵਿਧਾਨ ਹੈ ਜਿਹੜਾ ਰਾਜਨੀਤੀ ਦੀ ਭੇਟ ਚੜ੍ਹ ਜਾਵੇ, ਸਾਨੂੰ ਸਭ ਨੂੰ ਆਪਣੀਆਂ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ ਕਿਉਂਕਿ ਇਹ ਨਹੀਂ ਮੁਮਕਿਨ ਨਹੀਂ ਹੈ ਕਿ ਹਾਲਾਤ ਜੋ ਅੱਜ ਨੇ ਉਹ 5 ਸਾਲ ਬਾਅਦ ਵੀ ਉਹੀ ਹੋਣਗੇ। ਤੁਸੀਂ ਜੁੜੇ ਰਹੋ नेशनल बस के नाल। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।